कैसी मिट्टी अपने राज्य की, कहां से निकलती नदियां, कैसे बदलती है जलवायु, कैसे होती है यहाँ पर कृषि, कौन सा जिला है पथरीला, कौन सा भाग है मैदानी। अपने राज्य का भूगोल जानना कामयाबी की है एक निशानी। नमस्कार, मैं नरेश कसवा, आप पढ़ेंगे भूगोल मेरे साथ लक्ष्य के मंच पर। धन्यवाद। नमस्कार, तेज हरियाणा से गुरविंदर पन्नू। देश के इतिहास में ऐसा पहली बार हो रहा है जब हिंदुस्तान का अन्नदाता देश की राजधानी में पहली बार गणतंत्र दिवस को एक बेहद नायाब तरीके के साथ मनाएगा, जिसकी सबसे पहली झलक हम आपको दिखाते हैं। उससे पहले ही जब 26 जनवरी का दिन मुकर्रर किया गया है किसानों ने ट्रैक्टर परेड के माध्यम से गणतंत्र दिवस को मनाने का, लेकिन उससे पहले की तस्वीरें दिखाते हैं। हरियाणा के आखिरी बॉर्डर से हम इस वक्त खुया मलकाना से तस्वीरें आपको दिखा रहे हैं। आप देखिए कितना चाव और शौक किसानों को इस गणतंत्र दिवस को मनाने को लेकर है। शायद इतना चाव तो किसी को शादी का भी नहीं होता होगा। और किसानों के चेहरे देखिए कितने खिले हैं। और एक ट्रॉली, हम आपको एक ट्रॉली दिखाते हैं। सबसे पहले इसकी तस्वीर दिखाते हैं। इस ट्रॉली में LED तक से लेकर तमाम वो फैसिलिटी जुटाई गई हैं और एक लग्जरी शानदार तरीके से किसान यहाँ से गणतंत्र दिवस के लिए कूच कर रहे हैं। और 26 जनवरी का दिन बेहद हिंदुस्तान के लिए ऐतिहासिक होगा, जब देश का अन्नदाता तिरंगे के साथ ट्रैक्टर पर सवार होकर पूरी दिल्ली में इस गणतंत्र दिवस पर कुछ नया करेगा, जिसको लेकर सरकार और दिल्ली की पुलिस ने बहुत जोर लगाया। लेकिन आखिरकार किसानों की जीत हुई और पुलिस को भी देर रात जाकर किसानों को परमिशन देनी पड़ी कि वो दिल्ली में आ सकते हैं। हमारे साथ सारे तमाम किसान हैं। यहाँ से हजारों ट्रैक्टर ट्रॉलियों के साथ किसान दिल्ली के लिए 26 जनवरी को मनाने के लिए कूच कर रहे हैं। हमारे साथ यहाँ से हरियाणा किसान एकता से SP सिंह जी हैं। SP जी, आज आप दिल्ली के लिए कूच कर रहे हैं, किस तरीके के इंतजाम किए गए हैं, कितनी संख्या में आप यहाँ से जा रहे हैं? सब तो पहला तो ਅਸੀਂ ਧੰਨਵਾਦ ਕਰਦੇ ਹਾਂ ਤੇਜ ਹਰਿਆਣਾ ਦੀ ਸਾਰੀ ਟੀਮ ਦਾ ਤੇ ਜਿਹੜਾ ਵੀ ਮੀਡੀਆ ਇੱਥੇ ਸਾਥ ਦੇ ਰਿਹਾ ਕਿਸਾਨਾਂ ਦੀ ਆਵਾਜ਼ ਚ ਉਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜਿੱਥੋਂ ਤੱਕ ਪ੍ਰਬੰਧਾਂ ਦੀ ਗੱਲ ਆ ਤਾਂ ਪ੍ਰਬੰਧ ਆਪਾਂ ਪਹਿਲਾਂ ਜਦੋਂ ਗੱਲ ਕਰੀ ਸੀ, ਇਸ ਅੰਦੋਲਨ ਦੀ ਸਟਾਰਟਿੰਗ ਹੋਈ ਸੀ ਸ਼ੁਰੂਆਤ ਦੇ ਵਿੱਚ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਕਹੀ ਗਈ ਸੀ ਗੱਲ, ਸਾਰੇ ਦਿੱਲੀ ਨੂੰ ਕੂਚ ਕਰਦੇ ਆ। ਉਹ ਰਾਸ਼ਨ ਤਾਂ ਹਜੇ ਤੱਕ ਚੱਲਣਾ ਸ਼ੁਰੂ ਹੀ ਨਹੀਂ ਹੋਇਆ ਸੀਗਾ। ਤਾਂ ਉਸ ਤੋਂ 3-4 ਗੁਣਾ ਜਿਹੜਾ ਜੋਸ਼ ਦੇ ਨਾਲ ਅੱਜ ਗਣਤੰਤਰ ਦੇ ਉੱਤੇ ਅੱਜ ਸਾਰਾ ਪਹਿਲੀ ਵਾਰੀ ਜਦੋਂ ਆਪਾਂ ਗੱਲ ਕਰੀਏ ਆਜ਼ਾਦੀ ਤੋਂ ਬਾਅਦ ਜਿਹੜਾ ਗਣਤੰਤਰ ਮਨਾਇਆ ਗਿਆ ਸੀ ਉਦੋਂ ਵੀ ਟਰੈਕਟਰ ਪਰੇਡ ਹੋਈ ਸੀ। ਤਾਂ ਅੱਜ ਉਹ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਦੂਜੀ ਵਾਰੀ ਸਾਰਾ ਜਾ ਕੇ ਇਸ ਪਰੇਡ ਦੇ ਵਿੱਚ ਸ਼ਾਮਲ ਹੋਊਗਾ। ਤਾਂ ਤੁਸੀਂ ਦੇਖੋਗੇ ਟਰਾਲੀਆਂ ਦੇ ਵਿੱਚ ਲੰਗਰ ਦੀ ਵਿਵਸਥਾ, ਤੇਲ ਤੱਕ ਦੀ, ਡੀਜ਼ਲ ਦੀ, ਖਾਣ ਪੀਣ ਦੀ, ਜਾਂ ਇੱਥੇ ਟੋਲ ਪਲਾਜ਼ੇ ਤੇ ਵੀ ਗੱਲ ਕਰੀਏ ਹਰ ਤਰ੍ਹਾਂ ਦੇ ਲੰਗਰ, ਕਿਸੇ ਲੰਗਰ ਦੀ ਕਮੀ ਨਹੀਂ ਜਿਹੜੇ ਇੱਥੇ ਲੰਗਰ ਚੱਲ ਰਹੇ ਆ। ਸਰ, ਅਗਰ ਮੈਂ ਤੁਹਾਨੂੰ ਪੁੱਛਾਂ ਕਿੰਨੀ ਸੰਖਿਆ 'ਚ ਟਰੈਕਟਰ ਇੱਥੋਂ, ਕਿਉਂਕਿ ਹਰਿਆਣਾ ਦਾ ਪਹਿਲਾ ਬਾਰਡਰ ਤੁਸੀਂ ਸ਼ੁਰੂਆਤ ਕੀਤੀ ਜਿੱਥੇ ਧਰਨਾ ਲਾ ਕੇ ਦਿਨ ਰਾਤ ਦਾ, ਕਿੰਨੇ ਟਰੈਕਟਰ ਇੱਥੋਂ ਰਿਦਾ ਹੋਣਗੇ? ਟਰੈਕਟਰਾਂ ਦੀ ਤਾਂ ਇਹ ਜੀ ਲਗਭਗ ਇਸ ਹਲਕੇ ਦੇ ਵਿੱਚ ਕਾਲਿਆਂ ਵਾਲੀ ਦੀ ਗੱਲ ਕਰੀਏ, ਰਾਣੀਆਂ, ਸਰਸਾ, ਜਿਹੜੇ ਅਲੱਗ-ਅਲੱਗ ਪੁਆਇੰਟ ਬਣੇ ਆ ਸਾਡੇ। ਤਾਂ ਮਤਲਬ ਜਿੱਥੋਂ ਤੱਕ ਪਹਿਲਾਂ ਲਿਖਾਏ ਸੀ, ਜਿਹੜੇ ਪਿੰਡ ਨੇ 5 ਟਰੈਕਟਰ ਲਿਖਾਏ ਸੀ, ਅੱਜ ਤੜਕੇ ਉੱਥੋਂ 10 ਹੋ ਗਏ। ਜਿਹਨੇ 10 ਲਿਖਾਏ ਸੀ ਅੱਜ 15 ਹੋ ਗਏ। ਤਾਂ ਬਹੁਤ ਵੱਡੀ ਗਿਣਤੀ ਹੈ ਜਿਹੜੀ ਮਤਲਬ ਗਿਣਤੀ ਤੋਂ ਬਾਹਰ ਆ ਜਿਹੜੇ ਇੱਥੋਂ ਟਰੈਕਟਰ ਦਿੱਲੀ ਨੂੰ ਜਾ ਰਹੇ ਆ। ਸਰ, ਮੈਂ ਮਹਿਸੂਸ ਕਰ ਰਿਹਾ ਜਿਵੇਂ ਇੱਕ ਬਰਾਤ ਜਾਂਦੀ ਹੈ ਨਾ, ਉਦੋਂ ਇੱਕ ਮਾਹੌਲ ਹੁੰਦਾ ਹੈ, ਖੁਸ਼ੀ ਹੁੰਦੀ ਹੈ। ਇਹ ਬਰਾਤ ਹੀ ਜਾ ਰਹੀ ਲੱਗਦੀ ਹੈ? ਬਰਾਤ ਹੀ ਜਾ ਰਹੀ ਹੈ। ਨਹੀਂ, ਗੱਲ ਜੇ ਕਰੀਏ ਅਸਲ ਕਿਸਾਨੀ ਨੂੰ ਅੱਜ ਖਤਮ ਕਰ ਰਹੀ ਹੈ ਸਰਕਾਰ। ਤਾਂ ਜੋਸ਼ ਠੀਕ ਹੈ, ਲੜਾਈ ਲਈ ਵੀ ਜੋਸ਼ ਚਾਹੀਦਾ ਹੁੰਦਾ, ਤਾਂ ਜੋਸ਼ ਅੱਜ ਕਿਸਾਨਾਂ ਦੇ ਵਿੱਚ ਦਿਸ ਰਿਹਾ, ਉਸ ਜੋਸ਼ ਦੇ ਨਾਲ ਜਾ ਰਹੇ। ਜਿੱਤ ਦਾ ਜੋਸ਼ ਦਿਖ ਰਿਹਾ। ਬਿਲਕੁਲ ਜੀ, ਜਿੱਤੇ ਹੁਣ ਤੁਸੀਂ ਦੇਖੋ ਵੀ ਇਹੀ ਜੇ ਗਣਤੰਤਰ ਤੇ ਗੱਲ ਕਰੀਏ ਤਾਂ ਸਰਕਾਰ ਨੇ ਆਪਦਾ ਤੰਤਰ ਲਾ ਕੇ ਪਹਿਲਾਂ ਜਿੱਥੇ ਰੋਕਣ ਦੀ ਗੱਲ ਕਿਸਾਨਾਂ ਨੂੰ ਕਹੀ ਸੀਗੀ ਕਿ ਅਸੀਂ ਦਿੱਲੀ ਦੇ ਅੰਦਰ ਨਹੀਂ ਜਾਣ ਦੇਵਾਂਗੇ, ਤਾਂ ਕਿਸਾਨ ਆਪਦੀ ਜਿੱਤ ਤੇ ਅੜੇ ਹੋਏ ਸੀ। ਪਹਿਲਾਂ 8-10 ਵਾਰਤਾਵਾਂ ਹੋਈਆਂ ਜਿੱਥੇ ਸਾਡੀ ਗੱਲ ਵੀ ਨਹੀਂ ਸੁਣੀ ਗਈ ਸੀ। ਤਾਂ ਹੁਣ ਉਸੇ ਤੰਤਰ ਨੇ ਸਾਰੀ ਬੈਰੀਕੇਡ ਖੋਲਣ ਦੀ ਗੱਲ ਕਰੀ ਆ। ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਸਰਕਾਰ ਤੇ ਪ੍ਰੈਸ਼ਰ ਆ, ਦਬਾਅ ਤਾਂ ਇਹ ਜਿੱਤ ਵੱਲ ਨੂੰ ਵਧਦੇ ਹੋਏ ਕਦਮ। ਸਰ, ਤੁਸੀਂ ਟਰਾਲੀ ਦੇ ਵਿੱਚ ਕੀ ਲੈ ਕੇ ਜਾ ਰਹੇ ਹੋ ਨਾਲ ਉੱਥੇ ਪਹੁੰਚਣ ਲਈ? ਟਰਾਲੀ ਦੇ ਵਿੱਚ ਅਸੀਂ ਫੈਸਿਲਿਟੀ ਦੇਖ ਲਓ ਜੀ ਤੁਸੀਂ, LCD ਦੀ ਹੈਗੀ ਹੈ, 2 ਬੈਟਰੀ ਤੇ ਇਨਵਰਟਰ ਨਾਲ ਚਾਰਜਿੰਗ ਕਰਨ ਵਾਸਤੇ ਸੁਵਿਧਾ ਹੈਗੀ ਹੈ, ਲਾਈਟਾਂ ਦਾ ਪ੍ਰਬੰਧ ਹੈਗਾ, ਰਸੋਈ ਦਾ ਸਾਰਾ ਪ੍ਰਬੰਧ ਅਸੀਂ ਨੀਚੇ ਕਰਿਆ ਹੋਇਆ ਹੈਗਾ। ਸਾਡੇ ਪਿੰਡੋਂ 4 ਟਰੈਕਟਰ ਟਰਾਲੀਆਂ
ਤੇ 3 ਗੱਡੀਆਂ ਜਾ ਰਹੀਆਂ, ਲਗਭਗ 100 ਤੋਂ ਪਲੱਸ ਬੰਦਾ ਜਾ ਰਿਹਾ ਜੀ। ਤਾਂ ਉਹਦਾ ਸਾਡਾ ਸਾਰਾ ਪ੍ਰਬੰਧ ਸਾਡੇ ਕੋਲ ਆ, ਪੈਣ ਦਾ ਪ੍ਰਬੰਧ ਪੂਰਾ, ਟਰਾਲੀਆਂ ਦੇ ਵਿੱਚ ਸਾਰੀਆਂ ਫੈਸਿਲਿਟੀਆਂ A to Z, ਜੋ ਕਿ ਇੱਕ ਪੂਰੇ ਘਰ ਦੇ ਵਿੱਚ ਫੈਸਿਲਿਟੀ ਹੁੰਦੀ ਹੈ। ਸਰ ਮੈਂ ਦੇਖ ਰਿਹਾ ਸੀ ਡੀਜ਼ਲ ਤੱਕ ਦਾ ਪ੍ਰਬੰਧ ਤੁਸੀਂ ਕੀਤਾ ਹੈ, ਕਿੰਨਾ ਡੀਜ਼ਲ ਨਾਲ ਲੈ ਕੇ ਜਾ ਰਹੇ ਹੋ? ਡੀਜ਼ਲ ਦੀ 400 ਲੀਟਰ ਡੀਜ਼ਲ ਅਸੀਂ ਨਾਲ ਲੈ ਕੇ ਜਾ ਰਹੇ ਹਾਂ। ਬਾਕੀ ਡੀਜ਼ਲ ਦੀ ਕੋਈ ਕਮੀ ਨਹੀਂ, ਪਿੱਛੇ ਵੀ ਸਾਡੇ ਇੱਥੇ ਜਿਹੜੇ ਸਾਥੀ ਹੈ ਪਹੁੰਚਾਉਂਦੇ ਰਹਿਣਗੇ ਜਿਹੜੀ ਵੀ ਚੀਜ਼ ਦੀ ਸਾਨੂੰ ਰਾਸਤੇ 'ਚ ਲੋੜ ਪਊਗੀ। ਸਰ ਇੱਕ ਮੈਂ ਬੱਚਾ ਦੇਖ ਰਿਹਾ, ਇਹ ਬੱਚਾ ਵੀ ਨਾਲ ਜਾਊਗਾ ਦਿੱਲੀ? ਬਿਲਕੁਲ ਜੀ ਬਿਲਕੁਲ। ਇਹ ਬੱਚੇ ਦੀ ਤਾਂ ਇੰਨੀ ਜਿੱਦ ਹੈ, ਇਹ ਰਾਤ ਦਾ ਘਰੇ ਲੜ ਕੇ ਕਹਿੰਦਾ ਵੀ ਜਿੰਨਾ ਟਾਈਮ ਦਿੱਲੀ ਵਾਲਾ ਅੰਦੋਲਨ ਖਤਮ ਨਹੀਂ ਹੁੰਦਾ ਮੈਂ ਦਿੱਲੀ ਨਾਲ ਹੀ ਰਹਿਣਾ। ਇਹ ਬੱਚੇ ਦੀ ਜਿੱਦ ਆ। मतलब बच्चा रो रो के तैयार है। ਬਿਲਕੁਲ ਜੀ ਬਿਲकुल। ਭਤੀਜਾ ਹੈ ਮੇਰਾ ਜੀ, ਇਹਨੇ ਸਭ ਤੋਂ ਅਸੀਂ ਦੇਖੀਏ ਜੀ ਸਾਡੇ ਜੋਸ਼ ਹੀ ਇਸਨੇ ਜਗਾਇਆਗਾ। ਦੇਖੋ ਸਾਨੂੰ ਦਾ ਜੋਸ਼ ਹੈ, ਪਰ ਇਸ ਨੂੰ ਵੀ ਲੱਗਦਾ ਮੈਂ ਇੱਕ ਨੰਨਾ ਕਿਸਾਨ ਆ, ਹਨਾ ਜੀ, ਇਸ ਕਰਕੇ ਇਸ ਨੂੰ ਪੂਰਾ ਜੋਸ਼ ਹੈਗਾ। ਕੀ ਨਾਮ ਹੈ ਬੇਟਾ ਤੁਹਾਡਾ? ਅਭਿਜੋਤ ਸਿੰਘ। ਪੜ੍ਹਦੇ ਹੋ? ਹਾਂਜੀ ਕਿਹੜੀ ਕਲਾਸ 'ਚ? ਸੈਕਿੰਡ ਚ। ਅੱਛਾ ਕਿੱਥੇ ਜਾ ਰਹੇ ਹੋ ਅੱਜ? ਦਿੱਲੀ। ਦਿੱਲੀ ਜਾ ਰਹੇ ਹੋ ਤਾਂ ਕੀ ਕਰ ਘਰੋਂ ਰੋ ਕੇ ਆਏ ਹੋ ਦਿੱਲੀ ਜਾਣ ਲਈ? ਨਹੀਂ। ਧੱਕੇ ਨਾਲ ਆਏ ਹੋ ਹਾਂਜੀ ਕਿ ਦਿੱਲੀ ਜਾ ਰਹੇ ਹੋ? ਹਾਂਜੀ ਕਦੋਂ ਆਓਗੇ ਵਾਪਸ? 10 ਕੁ ਦਿਨਾਂ ਨੂੰ ਆ ਜਾਾਂਗੇ। 10 ਦਿਨ ਆਓਗੇ। चलो ये ਅਸੀਂ ਦਿਖਾ ਰਹੇ ਸੀ ਤੁਹਾਨੂੰ ਤਸਵੀਰਾਂ। आप देख सकते हैं किस तरीके से किसानों में एक जनून है। और जी जी ਗੱਲ ਹੋਰ ਆ, ਇਹ ਤਾਂ ਟਰੈਕਟਰਾਂ ਤੇ ਤਾਂ ਜਿਹੜਾ ਚੱਲਣਾ ਹੀ ਚੱਲਣਾ। ਤੁਸੀਂ ਦੇਖੋਗੇ ਇੱਧਰ ਬੱਚੇ ਸਾਈਕਲਾਂ ਤੇ ਵੀ ਕਾਫਲਾ ਲੈ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਹੋ। ਉਧਰ ਵੀ ਅਸੀਂ ਤੁਹਾਡੇ ਵੀਰ ਨੂੰ ਕੈਮਰਾਮੈਨ ਨੂੰ ਕਵਾਂਗੇ ਉਧਰ ਵੀ ਜ਼ਰੂਰ ਝਾਕ ਮਾਰਿਓ, ਇੱਕ जोश ਵੇਖਿਓ ਬੱਚਿਆਂ ਦੇ। बिल्कुल। तो हमने आपको पहली तस्वीर दिखाई है, रूबरू इस तस्वीर से करवाया कि किस तरीके से किसानों में एक चाव है, एक जनून है दिल्ली पहुंचने को लेकर। निश्चित तौर पर आप दिल्ली में गणतंत्र दिवस को मनाने का जो एक फैसला है वो बेहद एक ऐतिहासिक और उसमें कई रंग है, जिसको लेकर किसान बेताब है कि इस 26 जनवरी का दिन देश के लिए, गण के लिए गणतंत्र दिवस कितना महत्व रखता है। उन तमाम उन उम्मीदों पर किसान खरा उतरते हुए दिल्ली के लिए अब कूच कर रहे हैं। कैमरा पर्सन हेमराज बिट के साथ खोया मलकाना से गुरविंदर पन्नू। 20 वर्षों से विश्वसनीय शिव पैथोलॉजी लैब के नजदीक राज हॉस्पिटल मंडी डबवाली। आपका कोई भी टेस्ट, चाहे कैंसर, थायराइड, एलर्जी, कोरोना या फिर पूरे शरीर की जांच, बस एक बार सेवा का मौका जरूर दें। याद रखें, शिव पैथोलॉजी लैब नजदीक राज हॉस्पिटल मंडी डबवाली।